ਖੇਡਾਂ ਦੇ ਵਿੱਚ ਤਾਂ ਤੁਸੀਂ ਬਹੁਤ ਮੱਲਾਂ ਮਾਰੀਆਂ ਨੇ। ਸਿਆਸੀ ਜੰਗ ਦੇ ਵਿੱਚ ਪਹਿਲੀ ਵਾਰ ਆਏ ਹੋ। ਸਿਆਸਤ ਦੀ ਜਿਹੜੀ ਖੇਡ ਹੈ ਉਹ ਪਹਿਲੀ ਵਾਰੀ ਖੇਡਣ ਜਾ ਰਹੇ ਹੋ। ਕੀ ਲੱਗਦਾ ਹੈ ਕਿੰਨਾ ਕੁ ਕਾਮਯਾਬ ਹੋਵੋਗੇ? ਮੈਂ ਤਾਂ ਜੀ ਇਸ ਨੂੰ ਇੱਕ ਸੇਵਾ ਵਾਂਗ ਦੇਖਦਾ, ਆਪਣੇ ਕੰਮ ਨੂੰ ਫੋਕਸ ਕਰਕੇ ਚੱਲਦਾ। ਜਿਸ ਤਰ੍ਹਾਂ ਇੱਕ ਸਪੋਰਟਸਮੈਨ ਦੇਖਦਾ ਨਾ ਕਿ ਮੈਂ ਕੀ ਪਾਣਾ, ਅੱਗੋਂ ਕੀ ਨਿਕਲੇ ਉਹ ਨਹੀਂ ਸੋਚਦਾ। ਤੇ ਮੈਂ ਤਾਂ ਸਿਰ ਧੜਦੀ ਲਾ ਕੇ ਮਿਹਨਤ ਕਰਕੇ ਆਪਣੀ ਸੱਚਾਈ ਲੋਕਾਂ ਅੱਗੇ ਰੱਖ ਕੇ ਕੰਮ ਕਰਨਾ ਹੈ। ਸਮਿਤ ਜੀ, ਭਾਵੇਂ ਤੁਸੀਂ ਸਿਆਸੀ ਪਾਰੀ ਹੁਣ ਸ਼ੁਰੂ ਕੀਤੀ ਹੈ ਪਰ ਤੁਸੀਂ ਚਰਚਾਵਾਂ ਦੇ ਵਿੱਚ ਹਮੇਸ਼ਾ ਰਹੇ। ਕਿਸੇ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਭਤੀਜੇ ਹੋ, ਇਸ ਕਰਕੇ ਤੁਹਾਨੂੰ ਹਾਈਪ ਜ਼ਿਆਦਾ ਮਿਲ ਰਹੀ ਹੈ। ਪਰ ਅਸੀਂ ਇੱਥੇ ਇਹ ਜਾਣਨਾ ਚਾਹੁੰਦੇ ਹਾਂ ਕਿ ਸਮਿਤ ਸਿੰਘ ਮਾਨ ਕੀ ਹੈ। ਮੈਂ ਤਾਂ ਜੀ ਆਪਣੇ ਫਾਦਰ ਦੀ ਪੋਲਿਟਿਕਸ ਤੋਂ ਕਾਫੀ ਪ੍ਰੇਰਿਤ ਸੀ, ਜੋ ਉਹਨਾਂ ਨੇ ਅਮਰਗੜ੍ਹ ਹਲਕੇ 'ਚ ਰਹਿ ਕੇ 15 ਸਾਲ ਸਿਆਸਤ ਕੀਤੀ ਬਚਪਨ ਤੋਂ। ਨੀਤੀਆਂ ਵਿਧਾਨ ਸਭਾ ਤਾਂ ਬਣਦੀਆਂ ਨਹੀਂ। ਵਿਧਾਨ ਸਭਾ ਤੁਹਾਨੂੰ ਪਤਾ ਹੈ ਕਿ 6 ਮਹੀਨੇ ਬਾਅਦ ਮਿਲਦੀ ਹੈ 2 ਦਿਨ ਵਾਸਤੇ। ਪਹਿਲੇ ਦਿਨ ਸ਼ਰਧਾਂਜਲੀ ਦਿੰਦੇ ਨੇ, ਅਗਲੇ ਦਿਨ ਜਿਹੜੇ ਕਾਨੂੰਨ ਬਣੇ ਹੁੰਦੇ ਨੇ ਪਾਸ ਕਰਾ ਦਿੰਦੇ ਨੇ। ਪਿਛਲੇ 10-15 ਸਾਲਾਂ 'ਚ ਕਿਹੜਾ ਨਵਾਂ ਕਾਨੂੰਨ ਲਿਆਂਦਾ, ਕਿਹੜੀ ਅਮੈਂਡਮੈਂਟ ਕੀਤੀ ਕਾਨੂੰਨ ਦੇ ਅੰਦਰ, ਕਿਹੜੀ ਤੇ ਬਹਿਸ ਹੋਈ? ਉਹ ਕਿਉਂ ਹੋ ਰਿਹਾ? ਲੋਕ ਐਮਐਲਏ ਨੂੰ ਤਾਂ ਉਹ ਕੰਮ ਕਰਨ ਨੂੰ ਚੁਣਦੇ ਨੇ ਨਾ, ਪਰ ਐਮਐਲਏ ਨੂੰ ਫਸਾ ਦਿੱਤਾ ਗਿਆ। ਐਮਐਲਏ ਨੂੰ ਧੜੇ ਬਣਾ ਥਾਣੇ, ਪਟਵਾਰੀ, ਤਹਿਸੀਲਦਾਰ ਤੱਕ ਕਰ ਦਿੱਤਾ ਗਿਆ। ਐਮਐਲਏ ਦੀ ਕੁੱਲ ਲੜਾਈ ਇੰਨੀ ਹੈ ਕਿ ਸੀਐਮ ਸਾਹਿਬ, ਐਸਐਸਪੀ, ਡੀਸੀ ਮੇਰਾ ਫੋਨ ਚੱਕਦੇ ਰਹਿਣ। ਪਰ ਮੈਨੂੰ ਇੰਨਾ ਪੂਰਾ ਯਕੀਨ ਹੈ ਕਿ ਇਹ ਜਿਹੜੀ ਸੱਚਾਈ ਹੈ, ਇਹ ਜਿਹੜੀ ਸੋਚ ਹੈ ਕਿ ਆਪਾਂ ਪੰਜਾਬ ਦਾ ਕੋਈ ਭਲਾ ਕਰਨਾ ਹੈ, ਇਹ ਪੰਜਾਬ ਦੇ ਲੋਕ ਇਸ ਨੂੰ ਪਸੰਦ ਕਰਨਗੇ। ਇਹ ਹਰ ਪੰਜਾਬੀ ਦੀ ਇਹ ਡਿਮਾਂਡ ਹੈ, ਪਰ ਉਹਨੂੰ ਇਹ ਕਿਤੇ ਮਿਲ ਨਹੀਂ ਰਹੀ। ਉਹ ਪਰੇਸ਼ਾਨ ਹੈ ਇਸ ਗੱਲ ਤੋਂ ਕਿ ਕੋਈ ਨੀਤੀ ਤਾਂ ਆਵੇ, ਕੋਈ ਤਰੀਕਾ ਤਾਂ ਆਵੇ ਇਹਨੂੰ ਖੜਾ ਕਰਨ ਦਾ। ਤਾਂ ਹੀ ਜਵਾਨੀ ਪੰਜਾਬ ਛੱਡ ਕੇ ਭੱਜੀ ਜਾਂਦੀ ਹੈ, ਨਸ਼ਿਆਂ 'ਚ ਪਈ ਹੈ। ਸੋ ਮੈਂ ਉਸ ਸੋਚ ਨੂੰ ਲੈ ਕੇ ਜਾ ਰਿਹਾ। ਮੈਨੂੰ ਬੜਾ ਮਾਣ ਹੈ ਇਸ ਗੱਲ ਤੇ ਕਿ ਕਾਂਗਰਸ ਪਾਰਟੀ ਨੇ ਮੈਨੂੰ ਇਹ ਮੌਕਾ ਦਿੱਤਾ, ਕਿਉਂਕਿ ਮੈਂ ਤਾਂ ਟਿਕਟ ਵਾਸਤੇ ਅਪਲਾਈ ਵੀ ਨਹੀਂ ਕੀਤਾ, ਟਿਕਟ ਮੰਗੀ ਨਹੀਂ। ਸਿੱਧੂ ਸਾਹਿਬ ਕੱਲ ਕਹਿ ਰਹੇ ਸੀ ਸਟੇਜ ਤੇ ਕਿ ਉਹਨਾਂ ਨੇ ਲੱਗ ਕੇ ਮੈਨੂੰ ਦਿੱਤੀ। ਉਹਨਾਂ ਨੇ ਕੁਝ ਦੇਖਿਆ ਹੋਊਗਾ, ਉਹਨਾਂ ਨੇ ਮੇਰੇ ਉੱਪਰ ਇਹ ਮਾਣ ਰੱਖਿਆ। ਤੇ ਮੈਨੂੰ ਲੱਗਦਾ ਹੈ ਮੇਰੇ ਵਾਸਤੇ ਲੜਾਈ ਲੜਨੀ ਬੜੀ ਜ਼ਰੂਰੀ ਹੈ। ਸਮਿਤ ਸਿੰਘ ਮਾਨ ਖੁਦ ਇੱਕ ਸ਼ਖਸੀਅਤ ਨੇ, ਹੈ ਨਾ, ਪਰ ਇੱਕ ਕਮੈਂਟ ਆਇਆ ਸੀ ਪਿੱਛੇ ਜੇ ਦਮਨ ਬਾਜਵਾ ਦਾ ਕਿ ਉਹ ਸ਼ਾਇਦ ਕਿਸੇ ਐਮਐਲਏ ਦੀ ਧੀ ਨਹੀਂ ਹੈ ਤੇ ਜਾਂ ਕਿਸੇ ਮੰਤਰੀ ਦੀ, ਉਹ ਮੰਤਰੀ ਉਹਨਾਂ ਦਾ ਚਾਚਾ ਨਹੀਂ ਹੈ, ਇਸ ਕਰਕੇ ਉਹਨਾਂ ਦੀ ਟਿਕਟ ਕੱਟੀ ਗਈ। ਸਿੱਧੇ ਤੌਰ ਤੇ ਨਾ ਉਹਨਾਂ ਨੇ ਤੁਹਾਡੇ ਤੇ ਕਟਾਕਸ਼ ਛੱਡ ਦਿੱਤਾ। ਕੀ ਕਹੋਗੇ ਇਹਦੇ ਬਾਰੇ? ਪ੍ਰੋਗਰਾਮ ਆ ਗਏ ਨੇਤਾ ਜੀ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਆਪ ਦਾ ਸਵਾਗਤ ਹੈ। ਮਲੇਰਕੋਟਲਾ ਦੇ ਤੇ ਅਹਿਮਦਗੜ੍ਹ ਦੇ ਨੇੜੇ ਹੀ ਇੱਕ ਹਲਕਾ ਹੈ ਅਮਰਗੜ੍ਹ, ਜਿੱਥੋਂ ਕਿ ਕਾਂਗਰਸ ਉਮੀਦਵਾਰ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਨੇ ਤੇ ਉਹ ਉਹਨਾਂ ਨੂੰ, ਨਵਜੋਤ ਸਿੰਘ ਸਿੱਧੂ ਨੂੰ, ਆਪਣਾ ਚਾਚਾ ਵੀ ਕਹਿੰਦੇ ਨੇ। ਤੇ ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਉਹ ਇੱਕ ਇੰਟਰਨੈਸ਼ਨਲ ਪਲੇਅਰ ਵੀ ਨੇ। ਬਹੁਤ ਸਾਰੇ ਤਾਕੜ ਉਹਨਾਂ ਦੇ ਖਿਲਾਫ ਅੱਜ ਖੜੇ ਹੋਏ ਨੇ, ਪਰ ਉਹ ਨੌਜਵਾਨ ਚਿਹਰਾ ਬਹੁਤ ਹੀ ਵੱਡੀ ਸ਼ਖਸੀਅਤ ਮੰਨਿਆ ਜਾ ਰਿਹਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ, ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਨਾਲ ਦੀ ਨਾਲ ਇੰਟਰਨੈਸ਼ਨਲ ਪਲੇਅਰ ਵੀ ਨੇ। ਭਾਵੇਂ ਉਹਨਾਂ ਦੀ ਸਿਆਸੀ ਪਾਰੀ ਹੁਣ ਸ਼ੁਰੂ ਹੋਈ ਹੈ, ਪਰ ਚਰਚਾਵਾਂ ਦੇ ਵਿੱਚ ਉਹ ਹਮੇਸ਼ਾ ਹੀ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਉਮੀਦਵਾਰ ਸਮਿਤ ਸਿੰਘ ਮਾਨ ਦੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਇਸ ਐਪੀਸੋਡ ਦੇ ਰਾਹੀਂ ਤੇ ਜਾਣਾਂਗੇ ਉਹਨਾਂ ਦੇ ਕੀ ਆਈਡੀਆਜ਼ ਜੋ ਨੇ ਉਹ ਇੰਪਲੀਮੈਂਟ ਕਰਨਗੇ। ਚੱਲਦੇ ਹਾਂ। ਸੋ ਅਸੀਂ ਨੇਤਾ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਤੇ ਨੇਤਾ ਜੀ ਵੀ ਸਾਡੇ ਕੋਲ ਆ ਗਏ ਨੇ, ਪਰ ਨੇਤਾ ਜੀ ਖੇਤਾਂ ਦੇ ਵਿੱਚ ਤੁਰੇ ਫਿਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਮਿਤ ਜੀ। ਬਹੁਤ ਧੰਨਵਾਦ। ਖੇਤਾਂ ਦੇ ਵਿੱਚ ਅੱਜ ਤੁਸੀਂ ਇੱਥੇ ਹੀ ਮੀਟਿੰਗਸ ਕਰ ਰਹੇ ਹੋ ਆਪਣੀਆਂ, ਥੋੜਾ ਜਿਹਾ ਇਹਦੇ ਬਾਰੇ ਦੱਸੋ, ਕੀ ਲਗਾਵ ਹੈ ਆਪਣੀ ਧਰਤੀ ਦੇ ਨਾਲ? ਮੈਂ ਤਾਂ ਜੀ ਇੱਕ ਕਿਸਾਨੀ ਪਰਿਵਾਰ ਤੋਂ ਆਉਣਾ ਜੀ। ਮੇਰੇ ਫਾਦਰ ਸਾਹਿਬ 10 ਸਾਲ ਐਮਐਲਏ ਰਹੇ ਨੇ, ਉਸ ਤੋਂ ਬਾਅਦ ਹੁਣ ਖੇਤੀ ਕਰਦੇ ਨੇ। ਪਿਛਲੇ 20 ਸਾਲਾਂ ਤੋਂ ਖੇਤੀ ਕਰ ਰਹੇ ਨੇ ਐਮਐਲਏ ਰਹਿਣ ਤੋਂ ਬਾਅਦ। ਮੇਰੇ ਬਜ਼ੁਰਗ, ਮੈਂ 7 ਪੁਸ਼ਤਾਂ ਜਾਣਦਾ ਜਿਹੜੇ ਉਸੇ ਘਰ 'ਚ ਰਹਿ ਰਹੀਆਂ ਨੇ ਪਿੰਡ ਦੇ ਤੇ ਖੇਤੀ ਕਰ ਰਹੀਆਂ। ਅਮਰਗੜ੍ਹ ਦੇ ਵਿੱਚ ਕਹਿੰਦੇ ਖੇਤੀ ਬਹੁਤ ਹੈ ਨਾ ਜੀ, ਇਹ ਖੇਤੀ ਪ੍ਰਮੁੱਖ ਹਲਕਾ ਹੈ ਜੀ। ਖੇਡਾਂ ਦੇ ਵਿੱਚ ਤਾਂ ਤੁਸੀਂ ਬਹੁਤ ਮੱਲਾਂ ਮਾਰੀਆਂ ਨੇ। ਸਿਆਸੀ ਜੰਗ ਦੇ ਵਿੱਚ ਪਹਿਲੀ ਵਾਰ ਆਏ ਹੋ। ਸਿਆਸਤ ਦੀ ਜਿਹੜੀ ਖੇਡ ਹੈ ਉਹ ਪਹਿਲੀ ਵਾਰੀ ਖੇਡਣ ਜਾ ਰਹੇ ਹੋ। ਕੀ ਲੱਗਦਾ ਹੈ ਕਿੰਨਾ ਕੁ ਕਾਮਯਾਬ ਹੋਵੋਗੇ? ਮੈਂ ਤਾਂ ਜੀ ਇਸ ਨੂੰ ਇੱਕ ਸੇਵਾ ਵਾਂਗ ਦੇਖਦਾ, ਆਪਣੇ ਕੰਮ ਨੂੰ ਫੋਕਸ ਕਰਕੇ ਚੱਲਦਾ। ਜਿਸ ਤਰ੍ਹਾਂ ਇੱਕ ਸਪੋਰਟਸਮੈਨ ਦੇਖਦਾ ਨਾ ਕਿ ਮੈਂ ਕੀ ਪਾਣਾ, ਅੱਗੋਂ ਕੀ ਨਿਕਲੇ ਉਹ ਨਹੀਂ ਸੋਚਦੇ। ਤੇ ਮੈਂ ਤਾਂ ਸਿਰ ਧੜਦੀ ਲਾ ਕੇ ਮਿਹਨਤ ਕਰਕੇ ਆਪਣੀ ਸੱਚਾਈ ਲੋਕਾਂ ਅੱਗੇ ਰੱਖ ਕੇ ਕੰਮ ਕਰਨਾ ਆ। ਮੈਂ ਜੋ ਵੀ ਕਰ ਪਾਵਾਂਗਾ, ਲੋਕ ਜੋ ਤਾਕਤ ਦੇਣਗੇ ਉਸ ਨਾਲ ਮਿਹਨਤ ਕਰਕੇ ਕੰਮ ਕਰਾਂਗਾ। ਲੋਕ ਤਾਕਤ ਦੇਣਗੇ, ਬਹੁਤ ਭਲਾ ਕਰਨ ਦੀ ਕੋਸ਼ਿਸ਼ ਕਰਾਂਗਾ, ਕੁਛ ਕਰਨ ਦੀ ਕੋਸ਼ਿਸ਼ ਕਰਾਂਗਾ, ਲੜਾਈ ਲੜਾਂਗਾ।
ਜਿਸ ਤਰ੍ਹਾਂ ਲੋਕ ਚਲਾਣਗੇ ਉਸ ਤਰ੍ਹਾਂ ਚੱਲਾਂਗਾ। ਉਹ ਰਿਜ਼ਲਟ ਬਾਰੇ ਨਹੀਂ ਸੋਚ ਰਿਹਾ, ਇਹ ਸੋਚ ਰਿਹਾ ਕਿ ਮੈਂ ਕੀ ਪਾਣਾ ਹੈ, ਮੈਂ ਕੀ ਕਰਨਾ ਹੈ। ਤੁਸੀਂ ਕਿਹਾ ਕਿ ਤੁਸੀਂ ਲੋਕਾਂ ਦੀ ਸੇਵਾ ਦੇ ਲਈ ਇਹ ਕਰ ਰਹੇ ਹੋ, ਚੋਣਾਂ ਲੜ ਰਹੇ ਹੋ। ਬਹੁਤ ਘੱਟ ਲੋਕ ਜਾਣਦੇ ਹੋਣਗੇ ਸ਼ਾਇਦ ਕਿ ਸਮਿਤ ਜੀ ਜਿਹੜੇ ਨੇ ਪਹਿਲੋਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਜੁੜੇ ਹੋਏ ਨੇ। ਇਹ ਬਹੁਤ ਘੱਟ ਲੋਕ ਜਾਣਦੇ ਨੇ। ਸਮਿਤ ਜੀ, ਭਾਵੇਂ ਤੁਸੀਂ ਸਿਆਸੀ ਪਾਰੀ ਹੁਣ ਸ਼ੁਰੂ ਕੀਤੀ ਹੈ, ਪਰ ਤੁਸੀਂ ਚਰਚਾਵਾਂ ਦੇ ਵਿੱਚ ਹਮੇਸ਼ਾ ਰਹੇ। ਕਿਸੇ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਭਤੀਜੇ ਹੋ, ਇਸ ਕਰਕੇ ਤੁਹਾਨੂੰ ਹਾਈਪ ਜ਼ਿਆਦਾ ਮਿਲ ਰਹੀ ਹੈ। ਪਰ ਅਸੀਂ ਇੱਥੇ ਇਹ ਜਾਣਨਾ ਚਾਹੁੰਦੇ ਹਾਂ ਕਿ ਸਮਿਤ ਸਿੰਘ ਮਾਨ ਕੀ ਹੈ, ਉਹਨਾਂ ਦੀ ਖੁਦ ਦੀ ਸੋਚ ਕੀ ਹੈ? ਮੇਰੀ ਸੋਚ, ਮੈਂ ਤਾਂ ਜੀ ਆਪਣੇ ਫਾਦਰ ਦੀ ਪੋਲਿਟਿਕਸ ਤੋਂ ਕਾਫੀ ਪ੍ਰੇਰਿਤ ਸੀ, ਜੋ ਉਹਨਾਂ ਨੇ ਅਮਰਗੜ੍ਹ ਹਲਕੇ 'ਚ ਰਹਿ ਕੇ 15 ਸਾਲ ਸਿਆਸਤ ਕੀਤੀ ਬਚਪਨ ਤੋਂ। ਉਸ ਤੋਂ ਬਾਅਦ ਮੈਂ 12 ਸਾਲ ਦੇਸ਼ ਵਾਸਤੇ ਖੇਲਦਾ ਰਿਹਾ। ਮੈਨੂੰ ਸਾਡੇ ਸੰਵਿਧਾਨ 'ਤੇ ਬੜਾ ਭਰੋਸਾ ਹੈ, ਪਰ ਮੈਨੂੰ ਹਮੇਸ਼ਾ ਤੋਂ ਇਹ ਸੀ ਕਿ ਤੁਸੀਂ ਦੇਖੋ, ਮੈਂ ਕਿਸੇ NGO 'ਚ ਕਦੇ ਕੰਮ ਕੀਤਾ, ਕਦੇ ਕਿਸੇ ਸੋਸ਼ਲ ਮੂਵਮੈਂਟ 'ਚ ਕੰਮ ਕੀਤਾ, ਕਿਸੇ ਲੋਕ ਭਲਾਈ ਦੇ ਕੰਮ 'ਚ ਲੱਗਿਆ ਰਿਹਾ। ਕਿਉਂਕਿ ਮੈਨੂੰ ਹਮੇਸ਼ਾ ਸੀ ਕਿ ਮੈਂ ਸਮਾਜ ਨੂੰ ਸਮਝਾਂ, ਸਮਾਜ ਦੀਆਂ ਮੁਸ਼ਕਿਲਾਂ ਸਮਝਾਂ, ਉਹਨਾਂ ਨੂੰ ਸਮਝ ਕੇ, ਸੁਣ ਕੇ, ਜ਼ਮੀਨ 'ਤੇ ਰਹਿ ਕੇ, ਪਿੰਡਾਂ 'ਚ ਰਹਿ ਕੇ, ਕੰਮ ਕਰਕੇ। ਮੈਂ ਉਹ ਸਕੂਲਾਂ 'ਚ ਪੜ੍ਹਾਉਂਦਾ ਰਿਹਾ ਅਨਾਥ ਬੱਚਿਆਂ ਦੇ। ਮੈਂ ਨਰਮਦਾ ਬਚਾਉਣ ਕੰਮ ਕੀਤਾ। ਫਿਰ ਉਸ ਦੇ ਕੋਈ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰਾਂ। ਅਤੇ ਮੇਰਾ ਜਿਹੜਾ ਪੂਰਾ ਜੀਵਨ ਹੈ ਉਹ ਇਸ ਚੀਜ਼ ਨੂੰ ਸਮਝਣ ਦਾ ਹੈ। ਜਦੋਂ ਮੈਂ ਸ਼ੂਟਿੰਗ ਵੀ ਕਰਦਾ ਸੀ, ਮੈਂ ਇੰਨੇ ਦੇਸ਼ਾਂ ਜਾਂਦਾ ਸੀ, ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਸੀ ਕਿ ਵਿਕਾਸ ਦੇ ਕੀ ਮਾਡਲ ਹੁੰਦੇ ਨੇ। ਜਦੋਂ ਮੈਂ ਪੜ੍ਹਾਈ ਕੀਤੀ, ਮੈਂ ਉਹ ਪੜ੍ਹਾਈ ਵੀ ਇਹ ਸੋਚ ਕੇ ਕੀਤੀ ਕਿ ਮੈਂ ਜੋ ਸਮਾਜ ਵਿੱਚ ਬਾਹਰ ਸਮਝਦਾ, ਕਿ ਮੈਂ ਉਸ ਨੂੰ ਪੜ੍ਹਾਈ ਦੇ ਨਾਲ ਜੋੜ ਕੇ ਉਹਦੀ ਕੋਈ ਹੋਰ ਬਿਹਤਰ ਸਮਝ ਲੈ ਸਕਦਾ, ਕਿ ਮੈਂ ਸਮਝ ਸਕਦਾ ਕਿ ਜੋ ਕਿਤਾਬਾਂ 'ਤੇ ਹੈ ਜਾਂ ਦੁਨੀਆ 'ਚ ਹੈ, ਉਹਦਾ ਮੇਲ ਕਿੱਥੇ ਹੈ, ਉਹਨਾਂ ਲੋਕ ਦੀ ਭਲਾਈ ਕਿਵੇਂ ਜੁੜੀ ਹੈ। ਮੇਰੀ ਸਾਰੀ ਪੜ੍ਹਾਈ, ਮੇਰਾ ਸਾਰਾ ਰਿਸਰਚ, ਸਾਰੀ ਮਿਹਨਤ ਇਸ ਕੰਮ ਵਿੱਚ ਲੱਗੀ ਸੀ ਕਿ ਮੈਂ ਨਵੀਂ ਤੋਂ ਨਵੀਂ ਸੋਚ, ਨਵੀਂ ਤੋਂ ਨਵੀਂ ਤਰੱਕੀ ਦੇ ਰਾਹ ਨੂੰ ਵਾਪਸ ਆਪਣੇ ਪਿੰਡਾਂ 'ਚ ਕਿਵੇਂ ਲਿਆ ਸਕਾਂ। ਉਸ ਤੋਂ ਬਾਅਦ ਜੋ ਅੱਗੇ ਮੌਕੇ ਮਿਲੇ ਜ਼ਿੰਦਗੀ ਨੇ ਦਿੱਤੇ, ਸਰਕਾਰ ਨਾਲ ਕੰਮ ਕਰਨ ਦੇ, ਪਾਲਿਸੀਆਂ ਬਣਾਉਣ ਦੇ, ਨੀਤੀਆਂ ਬਣਾਉਣ ਦੇ, ਉਹ ਵੀ ਇਸੀ ਸੋਚ ਨਾਲ ਸੀਗੇ। ਅਤੇ ਅੱਜ ਇਸ ਮੈਦਾਨ ਵਿੱਚ ਆਇਆ, ਉਹ ਵੀ ਇਸੀ ਸੋਚ ਨਾਲ ਆਇਆ। ਤਾਂ ਮੇਰੀ ਰੂਹ ਤਾਂ ਇਹੀ ਕਹਿੰਦੀ ਹੈ ਕਿ ਮੈਂ ਕਿਸ ਤਰ੍ਹਾਂ ਉਹ ਭਲੇ ਦੀ ਰਾਹ ਚੱਲ ਸਕਦਾ, ਸਮਝ ਕੇ, ਸੁਣ ਕੇ, ਸਭ ਦੀ ਸੁਣ ਕੇ। ਸਰਬ ਸਾਂਝੇ ਵਿਕਾਸ ਦੀ ਗੱਲ ਹੈ, ਮੇਰੇ ਆਪਣੇ ਮਨ ਨਾਲ ਨਹੀਂ। ਕੋਈ MLA ਦਫ਼ਤਰ 'ਚੋਂ ਹੁਕਮ ਨਾ ਜਾਰੀ ਹੋਵੇ। ਪੰਚਾਇਤਾਂ ਫੈਸਲੇ ਲੈਣ ਆਪਣੇ, ਵਾਰਡ ਫੈਸਲੇ ਲੈਣ ਆਪਣੇ, ਸਮਤੀਆਂ ਆਪਣੇ। ਉਹ ਦੱਸਣ ਕਿ ਉੱਥੇ ਕੀ ਲੋੜ ਹੈ। ਸਮਝ ਇਸ 'ਚ ਹੈ ਕਿ ਉਹਨਾਂ ਨੂੰ, ਸਾਰਿਆਂ ਨੂੰ ਉਹਨਾਂ ਦੀ ਤਾਕਤ ਵਾਪਸ ਦਿੱਤੀ ਜਾਵੇ। ਕੋਈ ਮੈਂ ਨੀਤੀ ਬੈਠ ਕੇ ਘਰੇ ਬਣਾ ਲਾਂ ਅਤੇ ਥੋਪ ਦਾਂ, ਉਹ ਬਿਲਕੁਲ ਗਲਤ ਹੈ। ਕੋਈ ਵੀ ਕਿੰਨਾ ਵੀ ਸਿਆਣਾ ਹੋਵੇ, ਉਹ ਗਲਤ ਹੈ। ਮਤਲਬ ਕਿ ਤੁਸੀਂ ਇੱਕ ਨਵੀਂ ਸੋਚ ਲੈ ਕੇ ਆ ਰਹੇ ਹੋ ਆਪਣੇ ਨਾਲ। ਵੈਸੇ ਇਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਵੀ, ਮਤਲਬ MLA ਜਿਵੇਂ ਨੇ ਨੀਤੀਆਂ ਥੋਪ ਦਿੰਦੇ ਨੇ, ਤੁਸੀਂ ਉਸ ਚੀਜ਼ ਤੋਂ ਪਰੇ ਹੋ ਕੇ ਇਹ ਕਹਿ ਰਹੇ ਨੇ ਕਿ ਲੋਕਾਂ ਨੂੰ ਹੱਕ ਦੇਵਾਂਗਾ ਮੈਂ ਕਿ ਉਹ ਆਪਣੇ ਡਿਸੀਜ਼ਨ ਲੈਣ। ਜੀ, ਤੁਸੀਂ ਦੇਖੋ, ਜਦੋਂ ਅਸੀਂ ਪੰਜਾਬ ਮਾਡਲ ਦੀ ਗੱਲ ਕਰਦੇ ਹਾਂ ਅਤੇ ਸਿੱਧੂ ਸਾਹਿਬ ਨੇ ਪੰਜਾਬ ਮਾਡਲ ਦੀ ਗੱਲ ਕੀਤੀ, ਅਤੇ ਉਹਦੇ 13 ਪੁਆਇੰਟ ਕਿਉਂ ਬਣਾਏ? ਕਿਉਂਕਿ ਬਾਬਾ ਨਾਨਕ 13 ਤੋਲਦੇ ਸੀ। ਭਾਈ ਧਿਆਨ ਨਾਲ, ਠੀਕ। ਬਾਬਾ ਨਾਨਕ 13 ਤੋਲਦੇ ਸੀ, ਅਤੇ ਇਹ ਉਸ ਸੋਚ ਕਿੱਥੋਂ ਆਈ ਕਿ ਉਹਨਾਂ ਦੇ 13 ਤੋਲਣ ਨਾਲ ਜੋੜਨਾ, ਕਿ ਲੋਕਾਂ ਦੀ ਤਾਕਤ ਅਤੇ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਕਿਵੇਂ ਦੇਣਾ। ਜੇ ਤੁਸੀਂ ਅਸਲ ਡੂੰਘਾਈ ਵਿੱਚ ਜਾਓ ਨਾ, ਇਹ ਸੋਚ ਕੋਈ ਨਵੀਂ ਨਹੀਂ। ਪੂਰੀ ਦੁਨੀਆ 'ਚ ਜਿਹੜੀ ਡੈਮੋਕ੍ਰੇਸੀ ਹੈ, ਜਿਹੜੀ ਜਮਹੂਰੀਅਤ ਹੈ, ਉਹਦੀ ਸ਼ੁਰੂਆਤ ਇਸ ਸੋਚ ਤੋਂ ਹੋਈ ਹੈ। ਬਹੁਤ ਸਾਰੇ ਧਰਮਾਂ ਦੀ ਅਸਲ ਸੋਚ ਸਮਾਜ ਵਿੱਚ ਇਹੀ ਚੀਜ਼ ਕਰਨ ਦੀ ਹੈ ਕਿ ਸਰਬ ਸਾਂਝਾ ਵਿਕਾਸ ਕਿਵੇਂ ਹੋਵੇ, ਸਾਰੇ ਇਕੱਠੇ ਮਿਲ ਕੇ ਕਿਵੇਂ ਰਹਿਣ, ਕਿਵੇਂ ਅੱਗੇ ਚੱਲਣ। ਸੋ ਇਹ ਤਾਂ ਬੜੀ ਪੁਰਾਣੀ ਸੋਚ ਹੈ। ਮੈਂ ਤਾਂ ਬਸ ਉਸ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹੀ ਸਿੱਖ ਕੇ। ਪੰਜਾਬ ਮਾਡਲ ਦੀ ਰਿਸਰਚ ਟੀਮ ਦੇ ਵਿੱਚ ਸੀ ਤੁਸੀਂ ਸਾਰਾ ਕਹਿ ਲਓ ਨਾ ਕਿ ਇਸ ਟੀਮ ਦੀ, ਇਸ ਨੂੰ ਬਣਾਉਣ ਦੇ ਵਿੱਚ ਸਾਰਾ ਆਪਣਾ ਯੋਗਦਾਨ, ਬਹੁਤ ਅਹਿਮ ਯੋਗਦਾਨ ਹੈ ਤੁਹਾਡਾ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ, ਥੋੜ੍ਹੇ ਸ਼ਬਦਾਂ ਦੇ ਵਿੱਚ ਪੰਜਾਬ ਮਾਡਲ ਦੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਕਿ ਜਨਤਾ ਨੂੰ ਆਸਾਨ ਭਾਸ਼ਾ ਦੇ ਵਿੱਚ ਸਮਝ ਆ ਸਕੇ? ਦੇਖੋ, ਇਹ ਸਭ ਇਹਨਾਂ ਕੋਈ ਸਕੀਮ ਨਹੀਂ ਹੈ ਵੀ ਇਹਨੂੰ ਆਹ ਫੜਾ ਦਿਓ ਅਤੇ ਉਹਨੂੰ ਆਹ ਫੜਾ ਦਿਓ ਅਤੇ ਵੋਟ ਲੈ ਲਓ। ਇਹ ਇੱਕ ਨੀਤੀ ਹੈ, ਇਹ ਇੱਕ ਪਾਲਿਸੀ ਏਜੰਡਾ ਹੈ ਕਿ ਮੈਂ ਨਹੀਂ ਕਰ ਸਕਦਾ ਅਤੇ ਕੋਈ ਹੋਰ ਕਰ ਲੇ। ਪੰਜਾਬ ਦਾ ਹਰ ਬੰਦਾ, ਹਰ ਵੋਟਰ ਆਪਣੇ MLA ਨੂੰ ਪੁੱਛੇ ਕਿ ਆਹ ਐਂ ਕੀਤਾ ਜਾ ਸਕਦਾ, ਤੁਸੀਂ ਕਿਉਂ ਨਹੀਂ ਕਰਦੇ? ਇਹਦੇ ਅੰਦਰ ਉਹ ਸਾਰੀ ਬੈਕਗਰਾਊਂਡ ਦੀਆਂ ਚੀਜ਼ਾਂ ਨੇ ਜਿਸ ਨਾਲ ਪੰਜਾਬ ਨੂੰ ਤਰੱਕੀ ਦੇ ਰਾਹ ਦੁਬਾਰਾ ਪਾਇਆ ਜਾ ਸਕਦਾ ਹੈ। ਭਾਵੇਂ ਉਹ ਕਿਸਾਨੀ ਹੋਵੇ। ਅਸੀਂ ਦਿੱਲੀ ਵੱਲ ਨਹੀਂ ਦੇਖ ਰਹੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਕਿਸਾਨੀ ਦੀ ਆਪਾਂ ਲੜਾਈ ਤਾਂ ਲੜਦੇ ਹਾਂ, ਪਰ ਦਿੱਲੀ ਵੱਲ ਦੇਖਦੇ ਹਾਂ ਕਿ ਉਹ ਹੁਣ MSP ਬੰਦ ਕਰ ਦੇਣਗੇ, ਫਿਰ ਕੁਝ ਸਾਲਾਂ ਬਾਅਦ ਉਹ PDS ਬੰਦ ਕਰ ਦੇਣਗੇ, ਫਿਰ FCI ਖਰੀਦਣਾ ਬੰਦ ਕਰ ਦੇਗੀ, ਅਤੇ ਆਪਾਂ ਕੀ ਕਰਾਂਗੇ ਜੀ? ਆਪਾਂ ਕਿਹੜੀ ਚੀਜ਼ਾਂ 'ਤੇ MSP ਦੇ ਸਕਦੇ ਹਾਂ?
ਦਾਲ ਤੇਲ ਬੀਜ ਆਪਾਂ ਬਾਹਰੋਂ ਮੰਗਾਉਂਦੇ ਆ, ਉਹ ਜਿੰਨੇ ਪੈਸੇ ਆਪਾਂ ਉਧਰ ਲਾਉਂਦੇ ਆ ਪਹਿਲਾਂ ਉਹ ਇੱਧਰ ਬਚਾ ਲਈਏ। ਆਪਾਂ ਸਬਜ਼ੀਆਂ ਨੂੰ 100 ਗੁਣਾ 10 ਗੁਣਾ 20 ਗੁਣਾ ਮਹਿੰਗਾ ਵੇਚਿਆ ਜਾਂਦਾ ਹੈ, ਕਿਸਾਨਾਂ ਨੂੰ ਰੇਟ ਉਹਦਾ ਬਹੁਤ ਘੱਟ ਮਿਲਦਾ। ਕਿਉਂ? ਕਿਉਂਕਿ ਕਿਸਾਨ ਕੋਲੇ ਉਹਨੂੰ ਰੱਖਣ ਦੀ ਥਾਂ ਨਹੀਂ ਹੈ, ਉਹਨੂੰ ਸੰਭਾਲਣ ਦੀ ਥਾਂ ਨਹੀਂ ਹੈ। ਤੇ ਇਹ ਬੜੀਆਂ ਆਮ ਚੀਜ਼ਾਂ ਨੇ, ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਤੇ ਫਿਰ ਸਮਝਣਾ ਜ਼ਰੂਰੀ ਹੈ ਕਿ ਸਰਕਾਰ ਦੇ ਪੈਸੇ ਕਿਸ ਤਰ੍ਹਾਂ ਇਸ 'ਚ ਲਗਾਏ ਜਾਣ। ਉਸ ਤੋਂ ਪਹਿਲਾਂ ਸਰਕਾਰ ਕੋਲ ਪੈਸੇ ਕਿਵੇਂ ਆਉਣ, ਕਿਉਂਕਿ ਤੁਸੀਂ ਵਾਅਦੇ ਕਰ ਲਓ ਫਿਰ ਕਹਿ ਦੋ ਖਜ਼ਾਨਾ ਖਾਲੀ ਹੈ, ਇਹਦੇ ਨਾਲ ਤਾਂ ਨਹੀਂ ਚੱਲੇਗਾ। ਤਾਂ ਪਹਿਲਾ ਏਜੰਡਾ ਤਾਂ ਇਹੀ ਹੈ ਕਿ ਖਜ਼ਾਨਾ ਭਰਨਾ ਕਿਵੇਂ ਹੈ, ਸਾਰਾ ਏਜੰਡਾ ਖਜ਼ਾਨਾ ਭਰਨ ਤੇ ਹੈ। ਦੂਸਰੀ ਸੋਚ ਕੀ ਹੈ ਕਿ ਜਿਹੜਾ ਸਰਕਾਰ ਚਲਾਉਣ ਦਾ ਤਰੀਕਾ ਹੈ, ਜਿਹੜਾ ਸਰਕਾਰ ਚਲਾਉਣ ਦਾ ਅੰਦਾਜ਼ ਹੈ, ਉਹਦੇ ਵਿੱਚ ਸਰਕਾਰ ਦਾ ਜਿਹੜਾ ਦਿਮਾਗ ਹੈ ਨਾ, ਉਹ ਆਊਟਸੋਰਸ ਕਰ ਦਿੱਤਾ ਗਿਆ। ਉਹ ਕੁਝ ਕੰਪਨੀਆਂ, ਕੁਝ ਅਫਸਰ, ਕੁਝ ਕੰਪਨੀਆਂ ਮਿਲ ਕੇ ਦਿਮਾਗ ਚਲਾ ਰਹੀਆਂ। ਨੀਤੀਆਂ ਵਿਧਾਨ ਸਭਾ ਤਾਂ ਬਣਦੀਆਂ ਨਹੀਂ। ਵਿਧਾਨ ਸਭਾ ਤੁਹਾਨੂੰ ਪਤਾ ਹੈ ਕਿ 6 ਮਹੀਨੇ ਬਾਅਦ ਮਿਲਦੀ ਹੈ 2 ਦਿਨ ਵਾਸਤੇ। ਪਹਿਲੇ ਦਿਨ ਸ਼ਰਧਾਂਜਲੀ ਦਿੰਦੇ ਨੇ, ਅਗਲੇ ਦਿਨ ਜਿਹੜੇ ਕਾਨੂੰਨ ਬਣੇ ਹੁੰਦੇ ਨੇ ਪਾਸ ਕਰਾ ਦਿੰਦੇ ਨੇ। ਪਿਛਲੇ 10-15 ਸਾਲਾਂ 'ਚ ਕਿਹੜਾ ਨਵਾਂ ਕਾਨੂੰਨ ਲਿਆਂਦਾ, ਕਿਹੜੀ ਅਮੈਂਡਮੈਂਟ ਕੀਤੀ ਕਾਨੂੰਨ ਦੇ ਅੰਦਰ, ਕਿਹੜੀ ਤੇ ਬਹਿਸ ਹੋਈ? ਉਹ ਕਿਉਂ ਹੋ ਰਿਹਾ? ਲੋਕ ਐਮਐਲਏ ਨੂੰ ਤਾਂ ਉਹ ਕੰਮ ਕਰਨ ਨੂੰ ਚੁਣਦੇ ਨੇ ਨਾ, ਪਰ ਐਮਐਲਏ ਨੂੰ ਫਸਾ ਦਿੱਤਾ ਗਿਆ। ਐਮਐਲਏ ਨੂੰ ਧੜੇ ਬਣਾ ਥਾਣੇ, ਪਟਵਾਰੀ, ਤਹਿਸੀਲਦਾਰ ਤੱਕ ਕਰ ਦਿੱਤਾ ਗਿਆ। ਐਮਐਲਏ ਦੀ ਕੁੱਲ ਲੜਾਈ ਇੰਨੀ ਹੈ ਕਿ ਸੀਐਮ ਸਾਹਿਬ, ਐਸਐਸਪੀ, ਡੀਸੀ ਮੇਰਾ ਫੋਨ ਚੱਕਦੇ ਰਹਿਣ, ਅਤੇ ਉਹਦੇ ਲੋਕਾਂ ਦੀ ਲੜਾਈ ਵੀ ਇੰਨੀ ਹੈ ਕਿ ਐਮਐਲਏ ਸਾਹਿਬ ਕੰਮ ਕਰਾਉਂਦੇ ਰਹੋ। ਅਸਲ ਵਿੱਚ ਜਿਹੜੇ ਕੰਮ ਨੇ, ਜਿਹੜੇ ਪੰਜਾਬ ਦੇ ਲੋਕਾਂ ਦੇ ਹੋ ਨਹੀਂ ਰਹੇ ਤੇ ਕਿਸੇ ਦੇ ਹੋ ਰਹੇ ਨੇ, ਇਹ ਕੰਮ ਨੂੰ ਹਰ ਇਨਸਾਨ ਦਾ ਹੋ ਜਾਣਾ ਚਾਹੀਦਾ। ਬੇਸਿਕ ਸਹੂਲਤਾਂ 150 ਸਹੂਲਤਾਂ ਤੁਸੀਂ ਆਨਲਾਈਨ ਦੇ ਸਕਦੇ ਹੋ। ਬੰਦਾ ਘਰੇ ਬੈਠ ਕੇ ਅਪਲਾਈ ਕਰੇ। ਜੇ ਕਿਸੇ ਅਫਸਰ ਨੂੰ ਕੋਈ ਉਸ ਸਹੂਲਤ ਵਿੱਚ ਕੋਈ ਕੰਪਲੇਂਟ ਨਹੀਂ, ਉਹ ਵੈਸੇ ਹੀ ਪਾਸ ਹੋਣੀ ਜਾਣੀ ਚਾਹੀਦੀ ਹੈ। ਉਸ ਨੂੰ ਕਰਨ ਵਿੱਚ ਹੀ ਐਮਐਲਏ ਦੇ 5 ਸਾਲ ਨਿਕਲ ਜਾਂਦੇ ਨੇ। ਤੇ ਜਿਹੜਾ ਐਮਐਲਏ ਨੇ ਅਸਲ 'ਚ ਕੰਮ ਕਰਨਾ ਸੀ, ਤੇ ਵੱਡਾ ਸਵਾਲ ਆਉਂਦਾ ਉਹ ਕੌਣ ਕਰ ਰਿਹਾ? ਕਿਤੇ ਉਹ ਕੋਈ ਇੰਗਲੈਂਡ ਬੈਠੀ ਕੰਪਨੀ ਤਾਂ ਨਹੀਂ ਕਰ ਰਹੀ? ਕਿਤੇ ਖੇਤੀ ਕਾਨੂੰਨ ਕਿਸੇ ਕੰਪਨੀ ਨੇ ਤਾਂ ਨਹੀਂ ਬਣਾਏ? ਉਹ ਸਵਾਲ ਦਾ ਆਪਾਂ ਜਵਾਬ ਲੱਭਣਾ। ਸੋ ਪੰਜਾਬ ਮਾਡਲ ਇੱਕ ਨੀਤੀ ਹੈ ਜਿਹਨੂੰ ਮੈਂ ਚਾਹੂੰਗਾ ਕੋਈ ਵੀ ਲਾਗੂ ਕਰੇ। ਉਹ ਕੋਈ ਸਕੀਮ ਨਹੀਂ ਹੈ ਕਿ ਤੁਸੀਂ ਆ ਨਹੀਂ ਦੱਸਿਆ ਕਿ ਕਿੰਨੇ ਪੈਸੇ, ਆ ਨਹੀਂ ਦੱਸਿਆ ਕਿੱਥੋਂ ਆਣਗੇ, ਆ ਨਹੀਂ ਦੱਸਿਆ ਕੌਣ ਕਰੇਗਾ, ਬਸ ਕਹਤਾ ਲੋਕਾਂ ਨੂੰ ਕਿ 1000 ਰੁਪਏ ਚੱਕ ਲਓ। ਸਮਿਤ ਸਿੰਘ ਮਾਨ ਲੋਕਾਂ ਦੇ ਵਿੱਚ ਕਿਵੇਂ ਵਿਚਰ ਰਹੇ ਨੇ? ਉਹ 4.5 ਸਾਲ ਦੀ ਕਾਰਗੁਜ਼ਾਰੀ ਜਿਹੜੀ ਸਰਕਾਰ ਦੀ ਰਹੀ, ਉਸ ਦੇ ਸਿਰ ਤੇ ਆਪਣੇ ਪਿਤਾ ਦੇ ਜਿਹੜੇ ਇਸ ਹਲਕੇ ਦੇ ਵਿੱਚ ਕੰਮ ਕੀਤੇ ਸੀ ਉਸ ਦੀ ਵਜ੍ਹਾ ਦੇ ਨਾਲ, ਨਵਜੋਤ ਸਿੰਘ ਸਿੱਧੂ ਦੀ ਸੋਚ ਨਾਲ, 111 ਦਿਨ ਦੀ ਸਰਕਾਰ ਦੇ ਨਾਲ, ਕਿ ਆਪਣੀ ਸੋਚ ਦੇ ਨਾਲ? ਮੈਂ ਜੀ ਆਪਣੀ ਸੱਚਾਈ ਤੇ ਆਪਣਾ ਕਿਰਦਾਰ, ਮੇਰੀ 31 ਸਾਲਾਂ ਦੀ ਉਮਰ ਹੈ, ਮੈਂ 2 ਹਫ਼ਤੇ ਪਹਿਲਾਂ 31 ਸਾਲਾਂ ਦਾ ਹੋਇਆ। ਤਾਂ ਜੋ ਮੇਰੀ ਇਹ 30 ਸਾਲਾਂ ਦੀ ਜੀਵਨ ਰਿਹਾ, ਇਹਨੂੰ ਲੋਕਾਂ ਦੇ ਸਾਹਮਣੇ ਰੱਖ ਰਿਹਾ। ਲੋਕ ਬੜੇ ਤਰਕਸ਼ੀਨ ਨੇ, ਲੋਕ ਹਰ ਚੀਜ਼ ਲੱਭ ਲੈਂਦੇ, ਤੇ ਸਪੈਸ਼ਲੀ ਕੋਈ ਬੰਦਾ ਸਿਆਸਤ 'ਚ ਆ ਜਾਏ ਨਾ, ਉਹਦਾ ਸਭ ਕੁਝ ਪਤਾ ਚੱਲ ਜਾਂਦਾ। ਤੇ ਉਹਨਾਂ ਨੇ ਸਭ ਕੁਝ ਕੱਢ ਲਿਆ ਹੋਣਾ ਕਿ ਮੈਂ ਕੀ ਕੀਤਾ ਤੇ ਕੀ ਕਰਦਾ ਰਿਹਾ। ਮੈਂ ਉਹ ਸੱਚ ਲੈ ਕੇ ਲੋਕਾਂ ਨੂੰ ਜਾ ਰਿਹਾ, ਤੇ ਮੈਨੂੰ ਬੜੀ ਉਮੀਦ ਹੈ ਕਿ ਉਹ ਇਸ ਸੱਚ ਨੂੰ ਸਮਝਣਗੇ। ਹਾਂ, ਮੈਂ ਕੋਈ ਕਾਕਾ ਨਹੀਂ ਸੀ, ਜਾਂ ਮੇਰੇ ਕੋਲੇ, ਸਾਡੇ ਫੈਮਿਲੀ ਕੋਲੇ ਬਹੁਤ ਜ਼ਿਆਦਾ ਪੈਸੇ ਨਹੀਂ ਸੀ, ਜਾਂ ਜੋ ਮੈਂ ਕਰ ਪਾਇਆ ਮੈਂ ਆਪਣੀ ਜ਼ਿੰਦਗੀ 'ਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਇੰਨਾ ਪੂਰਾ ਯਕੀਨ ਹੈ ਕਿ ਇਹ ਜਿਹੜੀ ਸੱਚਾਈ ਹੈ, ਇਹ ਜਿਹੜੀ ਸੋਚ ਹੈ ਕਿ ਆਪਾਂ ਪੰਜਾਬ ਦਾ ਕੋਈ ਭਲਾ ਕਰਨਾ ਹੈ, ਇਹ ਪੰਜਾਬ ਦੇ ਲੋਕ ਇਸ ਨੂੰ ਪਸੰਦ ਕਰਨਗੇ। ਇਹ ਹਰ ਪੰਜਾਬੀ ਦੀ ਇਹ ਡਿਮਾਂਡ ਹੈ, ਪਰ ਉਹਨੂੰ ਇਹ ਕਿਤੇ ਮਿਲ ਨਹੀਂ ਰਹੀ। ਉਹ ਪਰੇਸ਼ਾਨ ਹੈ ਇਸ ਗੱਲ ਤੋਂ ਕਿ ਕੋਈ ਨੀਤੀ ਤਾਂ ਆਵੇ, ਕੋਈ ਤਰੀਕਾ ਤਾਂ ਆਵੇ ਉਹਨੂੰ ਖੜਾ ਕਰਨ ਦਾ, ਤਾਂ ਹੀ ਜਵਾਨੀ ਪੰਜਾਬ ਛੱਡ ਕੇ ਭੱਜੀ ਜਾਂਦੀ ਹੈ, ਨਸ਼ਿਆਂ 'ਚ ਪਈ ਹੈ। ਸੋ ਮੈਂ ਉਸ ਸੋਚ ਨੂੰ ਲੈ ਕੇ ਜਾ ਰਿਹਾ। ਤੇ ਇਹ ਜਿਹੜੀਆਂ ਬਹੁਤ ਚੀਜ਼ਾਂ ਤੁਸੀਂ ਕਹੀਆਂ, ਮੇਰੇ ਫਾਦਰ ਸਾਹਿਬ ਦਾ ਕੰਮ, 111 ਦਿਨ ਦੀ ਸਰਕਾਰ, ਉਸ ਦੇ ਕੰਮ, ਸਿੱਧੂ ਸਾਹਿਬ ਦਾ ਸੱਚ ਤੇ ਖੜਨਾ, ਇਮਾਨਦਾਰੀ ਤੇ ਖੜਨਾ, ਜਾਂ ਆਪਾਂ ਕਹੀਏ ਕਿ ਜੋ ਕਾਂਗਰਸ ਸਰਕਾਰ ਰਹੀ 4.5 ਸਾਲ, ਉਸਨੇ ਕਾਫੀ ਕੁਝ ਕੀਤਾ ਵੀ, ਪਰ ਉਹ 'ਚ ਕਮੀਆਂ ਰਹੀਆਂ। ਤਾਂ ਕਾਂਗਰਸ ਨੂੰ ਲਾਤਾ, ਉਸ ਨੂੰ ਲਾਉਣ ਦਾ ਵੀ ਸੰਘਰਸ਼ ਲੜਿਆ ਨਾ, ਉਸ ਨੂੰ ਲਾਉਣ ਦੇ ਸੰਘਰਸ਼ ਵਿੱਚ ਵੀ ਰਹੇ। ਸਿੱਧੂ ਸਾਹਿਬ ਮੋਹਰੀ ਹੋ ਕੇ ਉਹ ਸੰਘਰਸ਼ ਲੜਿਆ। ਕਿਸ ਆਧਾਰ ਤੇ ਲੜਿਆ ਉਹਨਾਂ ਨੇ ਸੰਘਰਸ਼? ਆਪਣੀ ਇਮਾਨਦਾਰੀ ਤੇ ਇੱਕ ਨੀਤੀ ਦੇ ਆਧਾਰ ਤੇ ਲੜਿਆ। ਸੋ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਅੱਗੇ ਹਨ ਨੇ। ਮੈਂ ਤਾਂ ਆਪਣੀ ਸੱਚਾਈ ਲੈ ਕੇ ਲੋਕਾਂ ਅੱਗੇ ਜਾ ਸਕਦਾ ਕਿ ਮੇਰੇ ਕੋਲ ਆਇਆ ਜੀ, ਮੇਰੇ ਕੋਲ ਜ਼ਿਆਦਾ ਕੋਈ ਪੈਸੇ ਨਹੀਂ ਹੈ ਇਲੈਕਸ਼ਨ ਲੜਨ ਨੂੰ, ਪਰ ਮੈਨੂੰ ਇਹਨਾਂ ਪਤਾ ਹੈ ਕਿ ਜੋ ਸੱਚਾਈ ਹੈ ਉਹ ਲੋਕਾਂ ਤੱਕ ਪਹੁੰਚੇਗੀ, ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਕਾਫੀ ਵੱਡਾ ਹਲਕਾ ਹੈ, ਪਿੰਡ ਜਾਵਾਂਗਾ, ਕੋਸ਼ਿਸ਼ ਕਰਾਂਗਾ ਕਿ ਪਿੰਡ 'ਚ, ਬਾਜ਼ਾਰ 'ਚ, ਸਾਰੇ ਵਾਰਡਾਂ 'ਚ ਪਹੁੰਚ ਕਰ ਸਕਾਂ 18 ਤੱਕ। ਤੇ ਇਹ ਮੈਨੂੰ ਇਹਦਾ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਰਿਹਾ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਤੁਸੀਂ ਇੰਨਾ ਵਿਚਰਦੇ ਹੋ, ਤੁਸੀਂ ਹਰ ਇਨਸਾਨ ਨੂੰ ਮਿਲਦੇ ਹੋ, ਉਹ ਤੁਹਾਨੂੰ ਕੁਝ ਸਿਖਾਉਂਦਾ ਹੈ। ਤਾਂ ਮੈਂ ਬਹੁਤ ਕੁਝ ਸਿੱਖ ਰਿਹਾ। ਮੇਰੀਆਂ ਆਪਦੀਆਂ ਸੋਚ ਅੰਦਰ ਕਿੰਨੀਆਂ ਚੀਜ਼ਾਂ ਹੋਰ ਉਹਨਾਂ ਤਬਦੀਲੀ ਆਏਗੀ, ਉਹ ਹੋਰ ਚੰਗੀਆਂ ਹੋਣਗੀਆਂ, ਮੈਨੂੰ ਕੋਈ ਸਮਝ ਆਏਗਾ ਬਿਹਤਰ।
ਤੇ ਇਹ ਉਮੀਦ ਲੈ ਕੇ ਵੀ ਚੱਲ ਰਹੇ ਹਾਂ। ਬਹੁਤ ਸਾਰਾ ਤੁਹਾਡਾ ਜਿਹੜਾ ਬਹੁਤ ਵਧੀਆ ਕੈਰੀਅਰ ਚੱਲ ਰਿਹਾ ਸੀ, ਮਨ 'ਚ ਡਰ ਨਹੀਂ ਆਇਆ ਕਿ ਇਹ ਜਿਹੜਾ ਸਟੈਪ ਲੈਣ ਲੱਗਾ ਹੈ ਇਸ ਦੇ ਨਾਲ ਕਿਤੇ ਕੈਰੀਅਰ ਦੇ ਵਿੱਚ ਕੁਝ ਫਰਕ ਨਾ ਪੈ ਜਾਵੇ, ਕਿਉਂਕਿ ਬਹੁਤ ਵੱਡਾ ਡਿਸੀਜਨ ਹੈ ਇਹ। ਅਸਲ ਵਿੱਚ ਨਾ ਮੈਨੂੰ ਕਾਫੀ ਲੋਕ ਕਹਿੰਦੇ ਨੇ, ਮੈਂ ਕਾਮਨਵੈਲਥ ਗੇਮਸ ਖੇਲੀਆਂ, ਮੈਂ ਫਾਈਨਲ ਵਿੱਚ ਸੀ 2018 ਦੇ ਕਾਮਨਵੈਲਥ ਗੇਮਸ। ਉਸ ਤੋਂ ਬਾਅਦ ਮੈਂ ਸਿੱਧਾ ਇਸ ਕੰਮ 'ਚ ਲੱਗ ਗਿਆ। ਫਿਰ ਹੁਣ ਵੀ ਮੈਂ ਸ਼ੂਟਿੰਗ ਕਰ ਸਕਦਾ ਸੀ, ਮੈਂ ਪਿਛਲੇ ਨੈਸ਼ਨਲਸ ਖੇਲੇ, ਮੈਂ ਟਰਾਇਲ ਵਿੱਚ ਸੀ ਏਸ਼ੀਅਨ ਗੇਮਸ ਦੇ, ਤੇ ਉਹ ਟਰਾਇਲ ਛੱਡ ਰਿਹਾ, ਇਹ ਕਰ ਰਿਹਾ। ਮੈਂ ਆਪਣੀ ਨੌਕਰੀ ਛੱਡੀ, ਜਿਵੇਂ ਤੁਸੀਂ ਕੱਲ੍ਹ ਕਹਿ ਰਹੇ ਸੀਗੇ, ਪਰ ਮੈਂ ਇਸ ਨੂੰ ਇੱਕ ਹੋਰ ਤਰੀਕੇ ਨਾਲ ਦੇਖਦਾ। ਇਹ ਸਾਰੀ ਚੀਜ਼ਾਂ ਨਾ ਕਰਨ ਦੇ ਪਿੱਛੇ ਕੀ ਕਾਰਨ ਹੋਏਗਾ? ਡਰ। ਤਾਂ ਮੈਂ ਸੋਚਿਆ ਕਿ ਮੈਨੂੰ ਡਰ ਚਲਾ ਰਿਹਾ ਨਾ, ਕਿ ਮੇਰਾ ਆਹ ਨਾ ਚਲਾ ਜਾਵੇ, ਮੇਰਾ ਆਹ ਨਾ ਚਲਾ ਜਾਵੇ, ਮੇਰੀ ਆਹ ਸਹੂਲਤ ਨਾ ਚਲੀ ਜਾਵੇ। ਮੈਂ ਅਮਰਗੜ੍ਹ ਰਹਿ ਰਿਹਾ ਅਤੇ ਮੈਂ ਉੱਥੇ ਘਰ ਲਿਆ, ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ 2 ਦਿਨ ਪਹਿਲਾਂ, ਅਤੇ ਉੱਥੇ ਰਹਿ ਰਿਹਾ। ਅਤੇ ਮੈਂ ਇੱਕ ਬੜੇ ਆਮ ਜਿਹਾ ਗੱਦਾ ਲਗਾ ਕੇ ਉੱਥੇ ਸੌਂ ਰਿਹਾ। ਅਤੇ ਇਹੀ ਹੋ ਸਕਦਾ ਨਾ ਕਿ ਮੈਂ ਇੱਕ ਚੰਗੀ ਜਗ੍ਹਾ ਸੌਂ ਸਕਦਾ ਸੀਗਾ। ਹਾਂ, ਮੈਂ ਵਰਲਡ ਬੈਂਕ 'ਚ ਕੰਮ ਕਰ ਸਕਦਾ ਸੀ, UN 'ਚ ਕੰਮ ਕਰ ਸਕਦਾ ਸੀਗਾ, ਆਕਸਫੋਰਡ ਤੋਂ ਪੜ੍ਹਨ ਤੋਂ ਉਹ ਕਰਨ ਲੱਗ ਜਾਂਦਾ, ਸ਼ੂਟਿੰਗ ਕਰਦਾ ਰਹਿੰਦਾ, ਦੁਨੀਆ ਘੁੰਮਦਾ ਰਹਿੰਦਾ। ਆਹ ਕਿਉਂ ਕਰ ਰਿਹਾ? ਪਰ ਉਹ ਸਭ ਦੇ ਪਿੱਛੇ ਇੱਕ ਡਰ ਹੈ ਕਿ ਮੇਰਾ ਆਹ ਨਾ ਖੋ ਜੇ, ਮੇਰੀ ਆਹ ਸਹੂਲਤ ਨਾ ਖੋ ਜੇ, ਜਾਂ ਜੇ ਮੈਂ ਹਾਰ ਗਿਆ ਤਾਂ ਕੀ ਹੋ ਜਾਊਗਾ। ਮੈਂ ਉਸ ਡਰ ਨਾਲ ਨਹੀਂ ਜੀਣਾ ਚਾਹੁੰਦਾ। ਮੈਂ ਚਾਹੁੰਦਾ ਕਿ ਮੈਂ ਜਿਹੜੀ ਚੀਜ਼ਾਂ 'ਚ ਵਿਸ਼ਵਾਸ, ਮੈਂ ਉਹਨਾਂ ਵਾਸਤੇ ਖੜਾ, ਉਹ 'ਚ ਮੈਨੂੰ ਸੁੱਖ ਮਿਲ ਰਿਹਾ, ਮੈਨੂੰ ਇਸ ਨੀਤੀ 'ਚ ਸੁੱਖ ਮਿਲ ਰਿਹਾ, ਮੈਨੂੰ ਇਸ ਗੱਲ ਦਾ ਸੁੱਖ ਮਿਲ ਰਿਹਾ ਕਿ ਇਹ ਮੈਨੂੰ ਮੌਕਾ ਦੇ ਰਿਹਾ ਲੋਕਾਂ 'ਚ ਜਾ ਕੇ ਇਹ ਸੱਚਾਈ ਦੱਸਣ ਦਾ। ਅਤੇ ਮੈਨੂੰ ਬੜਾ ਮਾਣ ਹੈ ਇਸ ਗੱਲ 'ਤੇ ਕਿ ਕਾਂਗਰਸ ਪਾਰਟੀ ਨੇ ਮੈਨੂੰ ਇਹ ਮੌਕਾ ਦਿੱਤਾ, ਕਿਉਂਕਿ ਮੈਂ ਤਾਂ ਟਿਕਟ ਵਾਸਤੇ ਅਪਲਾਈ ਵੀ ਨਹੀਂ ਕੀਤਾ, ਟਿਕਟ ਮੰਗੀ ਨਹੀਂ। ਸਿੱਧੂ ਸਾਹਿਬ ਕੱਲ੍ਹ ਕਹਿ ਰਹੇ ਸੀ ਸਟੇਜ 'ਤੇ ਕਿ ਉਹਨਾਂ ਨੇ ਮੈਨੂੰ ਲੱਗ ਕੇ ਮੈਨੂੰ ਦਿੱਤੀ, ਉਹਨਾਂ ਨੇ ਕੁਝ ਦੇਖਿਆ ਹੋਊਗਾ, ਉਹਨਾਂ ਨੇ ਮੇਰੇ ਉੱਪਰ ਇੱਕ ਮਾਣ ਰੱਖਿਆ। ਅਤੇ ਮੈਨੂੰ ਲੱਗਦਾ ਹੈ ਮੇਰੇ ਵਾਸਤੇ ਲੜਾਈ ਲੜਨੀ ਬੜੀ ਜ਼ਰੂਰੀ ਹੈ। ਸੁਮਿਤ ਸਿੰਘ ਮਾਨ ਖੁਦ ਇੱਕ ਸ਼ਖਸੀਅਤ ਨੇ, ਹੈ ਨਾ, ਪਰ ਇੱਕ ਕਮੈਂਟ ਆਇਆ ਸੀ ਪਿੱਛੇ ਜੇ ਦਮਨ ਬਾਜਵਾ ਦਾ ਕਿ ਉਹ ਸ਼ਾਇਦ ਕਿਸੇ MLA ਦੀ ਧੀ ਨਹੀਂ ਹੈ ਅਤੇ ਜਾਂ ਕਿਸੇ ਮੰਤਰੀ ਦੀ, ਮੰਤਰੀ ਉਹਨਾਂ ਦਾ ਚਾਚਾ ਨਹੀਂ ਹੈ, ਇਸ ਕਰਕੇ ਉਹਨਾਂ ਦੀ ਟਿਕਟ ਕੱਟੀ ਗਈ। ਸਿੱਧੇ ਤੌਰ 'ਤੇ ਨਾ ਉਹਨਾਂ ਨੇ ਤੁਹਾਡੇ 'ਤੇ ਕਟਾਕਸ਼ ਛੱਡ ਦਿੱਤਾ। ਕੀ ਕਹੋਗੇ ਇਹਦੇ ਬਾਰੇ? ਦਮਨ ਜੀ ਮੇਰੀ ਭੈਣ ਹੈ ਜੀ, ਮੈਂ ਤਾਂ ਉਹਨਾਂ ਦਾ ਬੜਾ ਸਤਿਕਾਰ ਕਰਦਾ। ਮੈਂ ਪਰਸਨਲੀ ਕੁਛ ਨਹੀਂ ਕਹਿਣਾ ਚਾਹੂੰਗਾ ਜੀ। ਅੱਛਾ ਜੀ। ਉਹ ਬੜੇ ਯੁਵਾ ਨੇਤਾ ਨੇ, ਕਾਫੀ ਅੱਛੇ ਨੇਤਾ ਨੇ। ਮੈਂ ਉਹਨਾਂ ਦਾ ਯੂਥ ਕਾਂਗਰਸ ਕੰਮ ਦੇਖਿਆ ਅਤੇ ਮੈਨੂੰ ਉਮੀਦ ਹੈ ਕਿ ਉਹਨਾਂ ਦਾ ਬਹੁਤ ਅੱਛਾ ਫਿਊਚਰ ਹੈ ਯੂਥ ਕਾਂਗਰਸ 'ਚ। ਪੰਜਾਬ ਦੀ ਰਾਜਨੀਤੀ 'ਚ ਵੀ ਉਹਨਾਂ ਦਾ ਕਾਫੀ ਅੱਛਾ ਫਿਊਚਰ ਹੈ ਅਤੇ ਉਹ ਬਹੁਤ ਅੱਗੇ ਵਧਣਗੇ। ਤੁਸੀਂ ਇੰਟਰਨੈਸ਼ਨਲ ਪਲੇਅਰ ਰਹੇ ਹੋ, ਜਿਵੇਂ ਕਿ ਹੁਣ ਮੈਨੀਫੈਸਟੋ ਬਣਨਾ ਹੈ ਜਾਂ ਉਹਦੇ ਵਿੱਚ ਕੁਝ ਸ਼ਰਤਾਂ ਹੋਣਗੀਆਂ ਖਿਡਾਰੀਆਂ ਦੇ ਲਈ, ਕੀ ਤੁਸੀਂ ਰਾਏ ਦਿੱਤੀ ਹੈ ਕੋਈ ਆਪਣੇ ਵੱਲੋਂ? ਨਹੀਂ, ਅਸਲ ਵਿੱਚ ਮੈਂ ਖਿਡਾਰੀਆਂ 'ਤੇ ਕਦੇ ਕੋਈ ਰਾਏ ਨਹੀਂ ਦਿੱਤੀ, ਬੜਾ ਇਮਾਨਦਾਰੀ ਨਾਲ ਮੈਂ ਤੁਹਾਨੂੰ ਕਹਿ ਰਿਹਾ। ਉਹਦੇ ਪਿੱਛੇ ਨਾ 1-2 ਕਾਰਨ ਨੇ। ਪਹਿਲੀ ਚੀਜ਼ ਨਾ, ਖਿਡਾਰੀ ਜਿਹੜੀਆਂ ਚੀਜ਼ਾਂ ਚਾਹੁੰਦਾ ਹੈ, ਸਪੋਰਟਸ ਦਾ ਇਨਫਰਾਸਟਰਕਚਰ, ਇੱਥੇ ਦੇਖੋ ਵਾਲੀਬਾਲ ਹੈ ਅਮਰਗੜ੍ਹ 'ਚ, ਕਿ ਉਹਦੇ ਹੋਰ ਸੁਵਿਧਾ ਮਿਲੇ। ਫਿਰ ਟ੍ਰੇਨਿੰਗ, ਕੋਚਿੰਗ, ਡਾਈਟ ਦੀ ਗੱਲ ਆਉਂਦੀ ਹੈ। ਅਤੇ ਤੀਸਰੀ ਗੱਲ ਆਉਂਦੀ ਹੈ ਕਿ ਜਿਹੜਾ ਖਿਡਾਰੀ ਹੈ ਕਿ ਉਸਨੂੰ ਸਹੀ ਉਮਰ 'ਤੇ ਸਹੀ ਤਰ੍ਹਾਂ ਦੀ ਸਹੂਲੀਅਤ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ, ਕਿ ਉਹਨੂੰ ਸਹੀ ਮੌਕੇ ਮਿਲ ਰਹੇ ਨੇ ਕਿ ਨਹੀਂ ਮਿਲ ਰਹੇ ਨੇ। ਇਹ ਜਿਹੜਾ ਸਭ ਕੁਝ ਕਰਨਾ ਹੈ ਨਾ, ਇਹਦੇ ਪਿੱਛੇ ਸਰਕਾਰ ਕੋਲੇ ਆਮਦਨ ਅਤੇ ਇੱਕ ਪ੍ਰੋਗਰਾਮਬੰਦ ਤਰੀਕੇ ਨਾਲ ਇਸ ਨੂੰ ਕਰਨਾ ਪਏਗਾ। ਮੈਨੂੰ ਪਤਾ ਹੈ ਬਹੁਤ ਜ਼ਰੂਰੀ ਹੈ, ਮੈਨੂੰ ਪਤਾ ਹੈ ਕਿ ਇਸ ਦੇ ਫਾਇਦੇ ਕੀ ਨੇ। ਅੱਜ ਆਪਾਂ ਨਸ਼ਿਆਂ ਦੇ ਬਾਰੇ ਗੱਲ ਕਰਦੇ ਹਾਂ, ਅੱਜ ਆਪਾਂ ਨਸ਼ਿਆਂ ਨੂੰ ਦੇਖਦੇ ਹਾਂ ਅਤੇ ਆਪਾਂ ਇਹ ਸਮਝ ਸਕਦੇ ਹਾਂ ਕਿ ਨਸ਼ੇ 'ਚ ਯੂਥ ਕਿਉਂ ਜਾਂਦਾ ਪੰਜਾਬ ਦਾ। ਤਾਂ ਮੈਂ ਉਸ 'ਤੇ ਫੋਕਸ ਕੀਤਾ ਕਿ ਜਵਾਨੀ ਨੂੰ ਓਵਰਆਲ ਕਿਵੇਂ ਬਚਾਇਆ ਜਾਵੇ। ਜਿਵੇਂ ਆਪਾਂ ਜੇ ਸਪੋਰਟਸ ਉਹਦਾ ਇੱਕ ਹਿੱਸਾ ਹੈ, ਨਸ਼ੇ ਆਦਮੀ ਕਿਉਂ ਕਰਦਾ? ਕਿਉਂਕਿ ਨਸ਼ੇ 'ਚ ਉਹਨੂੰ ਕੋਈ ਕੰਮ ਨਹੀਂ ਹੈ, ਉਹਦੇ ਕੋਲ ਰੋਜ਼ਗਾਰ ਨਹੀਂ ਹੈ, ਸਪੋਰਟਸ ਨਹੀਂ ਹੈ, ਸ਼ਾਇਦ ਉਹਦੀ ਕੋਈ ਕਲਾ ਹੋਵੇ, ਸ਼ਾਇਦ ਉਹਨੂੰ ਲੱਗਦਾ ਹੋਵੇ ਮੇਰੇ 'ਚ ਹੁਨਰ ਹੈ, ਪਰ ਉਹਨੂੰ ਉਹ ਪੂਰਾ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਸੋ ਇਸ ਕਰਕੇ ਉਹ ਨਸ਼ੇ 'ਚ ਪੈ ਜਾਂਦਾ। ਸੋ ਮੇਰਾ ਇਹ ਸੋਚਣਾ ਹੈ ਕਿ ਕਿਸੇ ਵੀ ਯੂਥ ਨੂੰ ਮੌਕਾ ਦੇਣਾ ਬਹੁਤ ਜ਼ਰੂਰੀ ਹੈ, ਉਹਨੂੰ ਕੋਈ ਹੋਰ ਓਪਰਚੁਨਿਟੀ ਦੇਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਰੀਹੈਬਿਲਿਟੇਸ਼ਨ ਸੈਂਟਰ ਦੇਣੇ ਬੜੇ ਜ਼ਰੂਰੀ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਯੂਥ ਦੀ ਡਿਵੈਲਪਮੈਂਟ, ਸਕਿਲਿੰਗ, ਸਪੋਰਟਸ, ਕਲਚਰ, ਆਰਟਸ, ਇਹ ਸਭ ਕੁਝ ਜੇ ਇਕੱਠਾ ਹੋਏਗਾ ਤੇ ਪੰਜਾਬ ਬਹੁਤ ਅੱਗੇ ਜਾ ਸਕਦਾ। ਕੋਈ ਯੂਥ ਸਪੋਰਟਸ ਅੱਛਾ ਹੋਏਗਾ, ਕੋਈ ਪੜ੍ਹਾਈ 'ਚ ਅੱਛਾ ਹੋਏਗਾ, ਕੋਈ ਕਲਚਰ 'ਚ ਅੱਛਾ ਹੋਏਗਾ। ਕੀ ਆਪਾਂ ਉਹਨੂੰ ਇਹੋ ਜਿਹਾ ਇੱਕ ਇਨਵਾਇਰਮੈਂਟ ਦੇ ਪਾ ਰਹੇ ਹਾਂ? ਇਸ ਦੇ ਪਿੱਛੇ ਇੱਕ ਮੇਰਾ ਪਰਸਨਲ ਸਫ਼ਰ ਵੀ ਹੈ। ਮੈਂ ਜਦ ਇੰਡੀਆ ਵਾਸਤੇ ਖੇਲਣ ਲੱਗਿਆ, ਮੈਨੂੰ ਖੁਦ ਇਹ ਮਹਿਸੂਸ ਹੁੰਦਾ ਸੀ ਕਿ ਸ਼ਾਇਦ ਮੈਂ ਬਹੁਤ ਜ਼ਿਆਦਾ ਹੋਰ ਅੱਗੇ ਵੱਧਦਾ ਜੇ ਮੇਰੇ ਕੋਲ ਇੱਕ ਹੋਰ ਬਿਹਤਰ ਸਪੋਰਟ ਸਿਸਟਮ ਹੁੰਦਾ। ਦੇਖੋ, ਆਪਾਂ ਕਿਸੇ ਵੀ ਦੇਸ਼ ਜਾਂਦੇ ਹਾਂ ਨਾ, ਇੱਕ ਡਿਸਟ੍ਰਿਕਟ, ਪੰਜਾਬ ਵਿੱਚ ਤਾਂ ਡਿਸਟ੍ਰਿਕਟਾਂ ਬਹੁਤ ਵੱਡੀਆਂ ਸਮਝ ਲਓ ਇੱਕ ਤਹਿਸੀਲ ਦੇ ਏਰੀਆ 'ਚ ਉਹਨਾਂ ਕੋਲ ਇੱਕ ਸਪੋਰਟ ਦਾ ਸਟੇਡੀਅਮ ਜ਼ਰੂਰ ਹੋਏਗਾ, ਬੇਸਿਕ ਫੈਸਿਲਿਟੀ ਜ਼ਰੂਰ ਹੋਏਗੀ, ਕੋਚਿੰਗ ਸੈਂਟਰ ਜ਼ਰੂਰ ਹੋਣਗੇ।
ਤੁਸੀਂ ਸ਼ੂਟਿੰਗ ਵਰਗੀ ਸਪੋਰਟ ਦੇਖ ਲਓ, ਪੂਰੇ ਪੰਜਾਬ ਵਿੱਚ ਤੁਹਾਨੂੰ ਕਿੰਨੀਆਂ ਰੇਂਜਾਂ ਮਿਲਦੀਆਂ ਨੇ। ਪਹਿਲੀ ਗੱਲ ਤਾਂ ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈ, ਦੂਸਰੀ ਗੱਲ ਫਿਰ ਕੋਚ, ਟ੍ਰੇਨਿੰਗ, ਡਾਈਟ, ਫਿਰ ਤੀਸਰੀ ਸਹੀ ਉਮਰ 'ਤੇ ਕੋਈ ਰਾਹ ਪਾਉਣ ਨੂੰ ਨਹੀਂ ਹੈ। ਅੱਛਾ, ਕਿਸੇ ਨੇ ਕਹਿਤਾ ਸਪੋਰਟਸ ਪੈ ਗਿਆ, ਫਿਰ ਆਸ-ਪਾਸ ਦੇ ਲੋਕ ਤੁਹਾਡੇ ਸਮਝ ਨਹੀਂ ਪਾ ਰਹੇ, ਪਰਿਵਾਰ ਦੇ ਲੋਕ ਵੀ ਸਮਝ ਨਹੀਂ ਪਾ ਰਹੇ। ਉਹਨਾਂ ਨੂੰ ਪਰਿਵਾਰ ਦੇ ਦੂਸਰੇ ਲੋਕ ਰਿਸ਼ਤੇਦਾਰ ਪ੍ਰੈਸ਼ਰ ਪਾਉਣਗੇ ਤਾਂ ਕਹਿਣਗੇ ਸਪੋਰਟਸ ਛੱਡ ਦੇ, ਪੜ੍ਹਾਈ ਕਰ ਲੈ। ਤਾਂ ਉਹ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਤਾਂ ਮੈਨੂੰ ਵੀ ਇਹ ਮਹਿਸੂਸ ਹੋਇਆ ਆਪਣੇ ਕਰੀਅਰ ਦੇ ਅੰਦਰ ਕਿ ਜੇ ਉਹ ਸਪੋਰਟ ਸਿਸਟਮ ਹੁੰਦਾ ਤਾਂ ਮੈਂ ਖੁਦ ਬਹੁਤ ਅੱਗੇ ਜਾ ਸਕਦਾ ਸੀ। ਤੁਹਾਡੇ ਆਪੋਜੀਸ਼ਨ ਪਾਰਟੀਆਂ ਵੱਲੋਂ ਜਿਹੜੇ ਇੱਥੋਂ ਉਮੀਦਵਾਰ ਖੜੇ ਹੋਏ ਨੇ, ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਬਹੁਤ ਵੱਡਾ ਕਰੀਅਰ ਹੈ, ਵੱਡੇ ਨੇਤਾ ਨੇ, ਤਾਕੜ ਨੇਤਾ ਨੇ ਕਹਿ ਲਓ, ਹੈ ਨਾ, ਅਤੇ ਫਿਰ ਇਕਬਾਲ ਸਿੰਘ ਨੇ, ਅਤੇ ਕੀ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਮੁਕਾਬਲਾ ਦੇ ਸਕਦੇ ਹੋ, ਅਤੇ ਜੇ ਦੇ ਸਕਦੇ ਹੋ ਤਾਂ ਕਿਸ ਲੈਵਲ 'ਤੇ ਅਤੇ ਜਾਂ ਕਿਸ ਤਰੀਕੇ ਦੇ ਨਾਲ? ਦੇਖੋ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ, ਮਾਨ ਸਾਹਿਬ ਦਾ, ਚੁੰਦਾ ਜੀ ਦਾ, ਸਾਰੇ ਲੀਡਰਾਂ ਦਾ। ਮੈਂ ਆਪਣੇ ਆਪ ਤਾਂ ਸਿਰਫ ਲੋਕਾਂ ਅੱਗੇ ਆਪਣਾ ਸੱਚ, ਆਪਣਾ ਕਿਰਦਾਰ ਅਤੇ ਜੋ ਮੈਂ ਕੰਮ ਕਰਨਾ ਚਾਹੁੰਦਾ, ਜੋ ਕੀਤਾ ਉਹ ਰੱਖ ਸਕਦਾ। ਇਹ ਲੋਕਾਂ ਦਾ ਫੈਸਲਾ ਹੈ। ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਕਿਸਾਨੀ ਅੰਦੋਲਨ ਨੇ ਹੋਰ ਸਿਆਣੇ ਕਰਤੇ ਨੇ। ਪੰਜਾਬ ਦੀ ਨਾ ਜਿਹੜੇ ਪਰਿਵਾਰ ਵੀ ਨੇ, ਉਹਨਾਂ ਵਿੱਚ ਵੀ ਪਹਿਲਾਂ ਤਾਂ ਹੁੰਦਾ ਸੀ ਨਾ ਕਿ ਪਰਿਵਾਰ ਐਂ ਚੱਲਣਗੇ ਜਾਂ ਇਹ ਧੜੇ ਨਾਲ ਚੱਲਣਗੇ ਜਾਂ ਐਂ ਚੱਲਦੇ ਨੇ ਲੋਕ, ਪਰ ਉਹ ਵੀ ਇੱਕ ਇੱਕ ਬੰਦਾ ਸੋਚ ਕੇ ਚੱਲਦਾ। ਸੋਸ਼ਲ ਮੀਡੀਆ ਹਰ ਬੰਦੇ ਦੇ ਫੋਨ 'ਤੇ ਹੈ, ਹਰ ਬੰਦਾ ਆਪਣੇ ਆਪ ਸੋਚ ਰਿਹਾ ਕਿ ਮੈਨੂੰ ਕੀ ਕਰਨਾ। ਮੈਂ ਉਹਨਾਂ ਕੋਲੇ ਆਪਣਾ ਸੱਚ ਲਿਜਾ ਪਾ ਰਿਹਾ, ਮੈਂ ਉਹਨਾਂ ਅੱਗੇ ਇਹ ਨੀਤੀ ਲਿਜਾ ਪਾ ਰਿਹਾ, ਅਤੇ ਉਹਨਾਂ ਨੂੰ ਇਹ ਸਮਝਾ ਪਾ ਰਿਹਾ ਜੋ ਕਿ ਉਹ ਪਹਿਲਾਂ ਹੀ ਜਾਣਦੇ ਨੇ। ਕੋਈ ਜ਼ਿਆਦਾ ਬੜੀਆਂ ਸਿਆਣੀਆਂ ਗੱਲਾਂ ਥੋੜ੍ਹੀ ਨੇ, ਨੋਰਮਲ ਜਿਹੀਆਂ ਗੱਲਾਂ ਨੇ ਕਿ ਇਸ ਤਰ੍ਹਾਂ ਦੀ ਲੜਾਈ ਲੜ ਕੇ ਆ ਪੰਜਾਬ ਨੂੰ ਖੜੇ ਕਰ ਸਕਦੇ ਹਾਂ। ਮੈਨੂੰ ਲੱਗਦਾ ਮੇਰੇ ਵਾਸਤੇ ਇਹ ਮੇਰਾ ਕੰਮ ਹੈ, ਇਹ ਮੇਰੇ ਵਾਸਤੇ ਇੰਨਾ ਬਹੁਤ ਹੈ, ਬਾਕੀ ਫੈਸਲਾ ਉਹਨਾਂ ਦਾ। ਬਹੁਤ ਬਹੁਤ ਧੰਨਵਾਦ ਸੁਮਿਤ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੀ ਸੁਮਿਤ ਸਿੰਘ ਮਾਨ ਜੋ ਕਿ ਅਮਰਗੜ੍ਹ ਤੋਂ ਕਾਂਗਰਸੀ ਉਮੀਦਵਾਰ ਨੇ, ਜਿਨ੍ਹਾਂ ਨੇ ਆਪਣੀ ਸੋਚ ਤੇ ਵਿਚਾਰਾਂ ਦੇ ਨਾਲ ਸਾਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਦੇ ਵਿੱਚ ਚਾਹੁੰਦੇ ਨੇ ਤੇ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਨੇ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਰਜਿੰਦਰ ਕੌਰ, ਦੈਨਿਕ ਸਵੇਰਾ।